वाहिगुरु जी का खालसा वाहिगुरु जी की फतेह। नौवें पातशाह ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਵਿਚਾਰ ਕਰਦੇ ਹਾਂ। ਆਪਾਂ ਪਹਿਲੀ ਵੀਡੀਓ ਦੇ ਵਿੱਚ ਇੱਥੇ ਸਮਾਪਤੀ ਕੀਤੀ ਸੀ ਕਿ ਪਾਤਸ਼ਾਹ ਨੇ ਪਹਾੜੀ ਰਾਜੇ ਦੀਪ ਚੰਦ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਪਾਸੋਂ ਮਾਖੋਵਾਲ ਦੀ ਜਗ੍ਹਾ ਖਰੀਦ ਕੇ ਉੱਥੇ ਸ਼ਹਿਰ ਵਸਾਉਣਾ ਆਰੰਭ ਕੀਤਾ। ਸ਼ਹਿਰ ਦਾ ਨਾਮ ਰੱਖਿਆ ਗਿਆ ਚੱਕ ਨਾਨਕੀ, ਪਾਤਸ਼ਾਹ ਦੇ ਮਾਤਾ ਜੀ ਦੇ ਨਾਮ ਤੇ। ਬਾਅਦ ਵਿੱਚ ਇਸ ਸ਼ਹਿਰ ਦਾ ਨਾਮ ਆਨੰਦਪੁਰ ਸਾਹਿਬ ਪ੍ਰਚਲਿਤ ਹੋ ਗਿਆ, ਜੋ ਅੱਜ ਤੱਕ ਪ੍ਰਚਲਿਤ ਹੈ। ਪਾਤਸ਼ਾਹ ਨੇ ਇਹ ਜਿਹੜਾ ਸ਼ਹਿਰ ਵਸਾਉਣਾ ਆਰੰਭ ਕੀਤਾ, ਬਹੁਤ ਸਾਰੇ ਲੋਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਾਤਸ਼ਾਹ ਇੱਕ ਨਵਾਂ ਸ਼ਹਿਰ ਵਸਾ ਰਹੇ ਨੇ, ਉਹਨਾਂ ਨੇ ਉੱਥੇ ਆ ਕੇ ਸੇਵਾ ਆਰੰਭ ਕੀਤੀ। ਮਜ਼ਦੂਰ ਵੀ ਲਗਾਏ ਗਏ, ਕੁਝ ਲੋਕ ਉੱਥੇ ਪੱਕੇ ਰਹਿਣ ਲਈ ਵੀ ਆ ਗਏ। ਉਹਨਾਂ ਲਈ ਵੱਖਰੇ ਤੌਰ 'ਤੇ ਇੱਕ ਇਲਾਕਾ ਰਾਖਵਾਂ ਰੱਖਿਆ ਗਿਆ ਉਹਨਾਂ ਦੇ ਘਰਾਂ ਦੇ ਲਈ। ਵਪਾਰੀ ਲੋਕ ਵੀ ਆਏ ਵੀ ਇਸ ਇਲਾਕੇ ਵਿੱਚ ਕੋਈ ਮੰਡੀ ਨਹੀਂ, ਕੋਈ ਬਾਜ਼ਾਰ ਨਹੀਂ, ਬਾਜ਼ਾਰ ਵੀ ਬਣਾਇਆ ਗਿਆ। ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਪਾਤਸ਼ਾਹ ਨੇ ਆਪ ਵਪਾਰੀਆਂ ਨੂੰ ਰਾਸ ਵੀ ਦਿੱਤੀ, ਉਹਨਾਂ ਦੇ ਵਪਾਰ ਸ਼ੁਰੂ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ। ਹੁਣ ਬਹੁਤ ਸਾਰੇ ਲੋਕ ਉੱਥੇ ਆਉਂਦੇ, ਸੇਵਾ ਕਰਦੇ, ਪਾਤਸ਼ਾਹ ਦੇ ਦਰਸ਼ਨ ਕਰਦੇ, ਕੁਝ ਦਿਨ ਰੁਕਦੇ ਤੇ ਚਲੇ ਜਾਂਦੇ। ਬਹੁਤ ਸਾਰੀ ਭੇਟਾ ਵੀ ਆਣੀ ਆਰੰਭ ਹੋ ਗਈ, ਪਰ ਪਾਤਸ਼ਾਹ ਇਸ ਭੇਟਾ ਨੂੰ ਆਪਣੇ ਕੋਲ ਨਹੀਂ ਰੱਖਦੇ। ਸ਼ਹਿਰ ਦੀ ਉਸਾਰੀ ਲਈ, ਸ਼ਹਿਰ ਦੀ ਸਫਾਈ ਲਈ ਖਰਚ ਕਰ ਦਿੰਦੇ, ਖੂਹ ਬਣਵਾ ਦਿੰਦੇ, ਬੇਘਰਾਂ ਲਈ ਘਰ ਬਣਵਾ ਦਿੰਦੇ। ਇਸ ਤਰ੍ਹਾਂ ਇਹਨਾਂ ਸੇਵਾਵਾਂ ਨੂੰ ਚੱਲਦੇ ਰਹੇ। ਸ਼ਹਿਰ ਦੀਆਂ ਰੌਣਕਾਂ ਬਹੁਤ ਵੱਧ ਗਈਆਂ। ਪਾਤਸ਼ਾਹ ਨੇ ਵਿਸ਼ੇਸ਼ ਤੌਰ 'ਤੇ ਕੀਰਤਨ ਦੀ ਪਰੰਪਰਾ ਦਾ ਪੂਰਾ ਧਿਆਨ ਰੱਖਿਆ, ਔਰ ਕੁਝ ਕੀਰਤਨੀਏ ਵਿਸ਼ੇਸ਼ ਤੌਰ 'ਤੇ ਪਾਤਸ਼ਾਹ ਨੇ ਆਪਣੇ ਕੋਲ ਰੱਖੇ, ਜਿਨ੍ਹਾਂ ਦੇ ਨਾਮ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ। ਭਾਈ ਗੁਲਾਬ ਰਾਏ ਜੀ, ਭਾਈ ਰਾਜਾ ਜੀ, ਭਾਈ ਬਹਿਲ ਜੀ, ਭਾਈ ਮਨਸੂਦ ਜੀ, ਭਾਈ ਹਰਬੰਸ ਜੀ। ਇਹ ਕੀਰਤਨੀਏ ਬਾਅਦ ਵਿੱਚ ਪਾਤਸ਼ਾਹ ਦੇ ਨਾਲ ਪੂਰਬ ਦੀ ਯਾਤਰਾ 'ਤੇ ਵੀ ਗਏ। ਪਾਤਸ਼ਾਹ ਪੂਰੀ ਮਰਿਆਦਾ ਦੇ ਨਾਲ, ਜੋ ਮਰਿਆਦਾ ਪਹਿਲੇ ਗੁਰੂ ਸਾਹਿਬਾਨ ਨੇ ਆਰੰਭ ਕੀਤੀ, ਉਸੇ ਤਰ੍ਹਾਂ ਕੀਰਤਨ ਕਰਦੇ ਵੀ ਤੇ ਕਰਾਉਂਦੇ ਵੀ। ਹੁਣ ਜ਼ਿਆਦਾ ਸਮਾਂ ਨਹੀਂ ਬੀਤਿਆ ਸੀ, ਕੁਝ ਮਹੀਨਿਆਂ ਬਾਅਦ ਹੀ ਪਾਤਸ਼ਾਹ ਨੇ ਇਹ ਫੈਸਲਾ ਕੀਤਾ ਕਿ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਵਿਸ਼ੇਸ਼ ਤੌਰ 'ਤੇ ਉਹ ਇਲਾਕਾ ਜਿਸ ਨੂੰ ਹਿੰਦੁਸਤਾਨ ਦੇ ਪੂਰਬ ਦਾ ਇਲਾਕਾ ਮੰਨਿਆ ਜਾਂਦਾ, ਜੋ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਬੰਗਾਲ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਇੱਧਰ ਕੋਈ ਵੀ ਗੁਰੂ ਸਾਹਿਬਾਨ ਨਹੀਂ ਜਾ ਪਾਏ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹਨਾਂ ਇਲਾਕਿਆਂ ਵਿੱਚ ਜਾਣ ਦਾ ਫੈਸਲਾ ਕੀਤਾ। ਅਕਤੂਬਰ 1665 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਆਪ ਰਵਾਨਾ ਹੋਏ। ਪੰਜਾਬ ਦੇ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ, ਜਿਸ ਨੂੰ ਆਪਾਂ ਪਟਿਆਲਾ, ਬਠਿੰਡਾ, ਮਾਨਸਾ ਦਾ ਇਲਾਕਾ ਮੰਨਦੇ ਹਾਂ, ਜੋ ਅੱਜ ਕੁਝ ਹਰਿਆਣੇ ਦਾ ਵੀ ਇਲਾਕਾ ਉਹਦੇ ਵਿੱਚ ਆ ਜਾਂਦਾ, ਤਰਨਤਾਰਨ, ਜੀਂਦ। ਇਹਨਾਂ ਇਲਾਕਿਆਂ ਤੋਂ ਹੁੰਦੇ ਹੋਏ ਪਾਤਸ਼ਾਹ ਦਿੱਲੀ ਤੋਂ ਹੁੰਦੇ ਹੋਏ ਮਥੁਰਾ, ਆਗਰਾ ਵਿਖੇ ਪਹੁੰਚਦੇ ਨੇ। ਬੜਾ ਵੱਡਾ ਸ਼ਹਿਰ ਹੈ ਆਗਰਾ। ਆਗਰਾ ਦੀ ਘਟਨਾ ਦਾ ਇਤਿਹਾਸ ਵਿੱਚ ਜ਼ਿਕਰ ਮਿਲਦਾ, ਉੱਥੇ ਗੁਰਦੁਆਰਾ ਸਾਹਿਬ ਵੀ ਹੈ। ਇੱਕ ਮਾਤਾ ਮਾਈ ਭਾਗੋ ਜਿਨ੍ਹਾਂ ਦਾ ਨਾਮ ਹੈ, ਉਹ ਗੁਰੂ ਘਰ ਦੀ ਬੜੀ ਸ਼ਰਧਾਲੂ ਹੈ। ਉਹਦੇ ਮਨ ਵਿੱਚ ਪਾਤਸ਼ਾਹ ਦੇ ਦਰਸ਼ਨਾਂ ਦੀ ਬੜੀ ਇੱਛਾ ਹੈ। ਉਹਨੇ ਆਪਣੇ ਹੱਥੀਂ ਇੱਕ ਖੇਸ ਬੁਣਿਆ ਹੋਇਆ ਹੈ। ਪਾਤਸ਼ਾਹ ਉਸ ਕੋਲ ਜਾਂਦੇ ਨੇ, ਉਹਦੀ ਉਹ ਭੇਟਾ ਪ੍ਰਵਾਨ ਕਰਦੇ ਨੇ, ਤੇ ਜਦੋਂ ਜਾਣ ਲੱਗਦੇ ਨੇ ਤੇ ਪਿਆਰ ਨਾਲ ਫਿਰ ਰੋਕ ਲੈਂਦੀ ਹੈ। ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਪਾਤਸ਼ਾਹ 1 ਮਹੀਨਾ ਉੱਥੇ ਰਹਿੰਦੇ ਨੇ। ਉੱਥੇ ਗੁਰਦੁਆਰਾ ਮਾਈ ਥਾਨ, ਭਾਵ ਉਸ ਮਾਈ ਦਾ ਸਥਾਨ, ਉਹ ਮੌਜੂਦ ਹੈ ਅੱਜ ਵੀ। ਉਸ ਤੋਂ ਬਾਅਦ ਪਾਤਸ਼ਾਹ ਉੱਥੋਂ ਨਿਕਲਦੇ ਨੇ, ਫਿਰ ਇਟਾਵਾ, ਕਾਨਪੁਰ, ਕੜਾ ਮਾਨਕਪੁਰ ਹੁੰਦੇ ਪ੍ਰਯਾਗ ਪਹੁੰਚਦੇ ਨੇ। ਪ੍ਰਯਾਗ ਤੋਂ ਮਿਰਜ਼ਾਪੁਰ ਪਹੁੰਚਦੇ ਨੇ, ਬਨਾਰਸ ਪਹੁੰਚਦੇ ਨੇ। ਬੜਾ ਵੱਡਾ ਹਿੰਦੂ ਤੀਰਥ ਹੈ, ਉੱਥੇ ਕੁਝ ਪੰਡਤਾਂ ਨਾਲ ਵਿਚਾਰਾਂ ਵੀ ਹੁੰਦੀਆਂ ਨੇ, ਤੇ ਪਾਤਸ਼ਾਹ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਧਰਮ ਦੇ ਵਿੱਚ ਕਹਿਣੀ ਨਹੀਂ, ਕਰਨੀ ਪ੍ਰਧਾਨ ਹੈ। ਜੋ ਤੁਸੀਂ ਕਹਿ ਰਹੇ ਹੋ ਉਹ ਨਹੀਂ ਹੈ ਜੋ ਕਰ ਰਹੇ ਹੋ। ਅੱਜ ਸਾਡੇ ਵਿੱਚ ਇਹ ਬੜਾ ਜ਼ਿਆਦਾ ਫਰਕ ਹੈ, ਅਸੀਂ ਕਹਿ ਕੁਛ ਹੋਰ ਰਹੇ ਹੁੰਦੇ ਹਾਂ, ਕਰ ਕੁਛ ਹੋਰ ਰਹੇ ਹੁੰਦੇ ਹਾਂ।
ਇਹ ਧਰਮ ਦੀ ਗੱਲ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਇੱਥੋਂ ਸਾਸਾਰਾਮ ਜੋ ਬਿਹਾਰ ਦਾ ਸ਼ਹਿਰ ਹੈ ਇੱਕ ਬਹੁਤ ਵੱਡਾ, ਉੱਥੇ ਪੁੱਜਦੇ ਨੇ। ਉੱਥੇ ਇੱਕ ਗੁਰੂ ਪਾਤਸ਼ਾਹ ਦਾ ਬੜਾ ਸ਼ਰਧਾਲੂ ਜਿਸ ਦਾ ਨਾਮ ਫੱਗੂ ਹੈ, ਤੇ ਉਸ ਨੂੰ ਚਾਚਾ ਫੱਗੂ ਕਹਿ ਕੇ ਯਾਦ ਕੀਤਾ ਜਾਂਦਾ ਹੈ ਇਤਿਹਾਸ ਵਿੱਚ। ਉਸ ਨੇ ਆਪਣੇ ਘਰ ਦਾ ਦਰਵਾਜ਼ਾ ਬੜਾ ਵੱਡਾ ਬਣਵਾਇਆ ਹੋਇਆ, ਤੇ ਕਿਸੇ ਨੇ ਪੁੱਛਿਆ ਵੀ ਐਡਾ ਵੱਡਾ ਦਰਵਾਜ਼ਾ ਕਿਉਂ? ਕਹਿੰਦਾ ਜਦੋਂ ਗੁਰੂ ਸਾਹਿਬ ਆਣਗੇ ਉਹ ਘੋੜੀ ਤੇ ਚੜ੍ਹ ਕੇ ਆਣਗੇ ਤੇ ਉਹਨਾਂ ਨੂੰ ਉਤਰਨਾ ਨਾ ਪਵੇ ਇਸ ਦਰਵਾਜ਼ੇ ਵਿੱਚੋਂ, ਘੋੜੇ ਤੇ ਚੜ੍ਹੇ ਅੰਦਰ ਆ ਜਾਣਗੇ। ਔਰ ਸੱਚਮੁੱਚ ਜਦੋਂ ਗੁਰੂ ਸਾਹਿਬ ਉੱਥੇ ਪਹੁੰਚਦੇ ਨੇ ਤੇ ਘੋੜੇ ਸਮੇਤ ਘੋੜੇ ਤੇ ਚੜ੍ਹੇ ਅੰਦਰ ਜਾਂਦੇ ਨੇ। ਬੜਾ ਪ੍ਰਸੰਨ ਹੁੰਦਾ ਹੈ, ਸੰਗਤਾਂ ਆਉਂਦੀਆਂ ਨੇ ਉੱਥੇ। ਹੁਣ ਗੁਰੂ ਸਾਹਿਬ ਉਸ ਫੱਗੂ ਨੂੰ ਕਹਿੰਦੇ ਨੇ ਵੀ ਭਾਈ ਜਿਹੜੀ ਤੇਰੇ ਕੋਲ ਭੇਟਾ ਜਮ੍ਹਾਂ ਹੈ, ਕਿਉਂਕਿ ਉਸ ਦੇ ਕੋਲ ਗੁਰੂ ਘਰ ਦੀ ਭੇਟਾ ਵੀ ਜਮ੍ਹਾਂ ਹੁੰਦੀ ਹੈ, ਸਾਰੀ ਭੇਟਾ ਲਿਆ। ਸਾਰੀ ਭੇਟਾ ਲਿਆ ਕੇ ਪਾਤਸ਼ਾਹ ਦੇ ਅੱਗੇ ਭੇਟ ਕਰ ਦਿੰਦਾ ਹੈ, ਰੱਖ ਦਿੰਦਾ ਹੈ। ਪਾਤਸ਼ਾਹ ਕਹਿੰਦਾ ਕੁਝ ਰਹਿ ਤਾਂ ਨਹੀਂ ਗਿਆ? ਕਹਿੰਦਾ ਨਹੀਂ ਮਹਾਰਾਜ, ਸਭ ਕੁਝ ਆ ਗਿਆ। ਜੋ ਆਪ ਜੀ ਦੀ ਭੇਟਾ ਹੁੰਦੀ ਮੈਂ ਹਮੇਸ਼ਾ ਵੱਖਰੀ ਰੱਖਦਾ। ਕਹਿੰਦੇ ਨਹੀਂ, ਤੂੰ ਭੁੱਲ ਰਿਹਾ ਹੈ। ਕਹਿੰਦਾ ਨਹੀਂ ਮਹਾਰਾਜ, ਸਾਰੀ ਭੇਟਾ ਆ ਗਈ। ਤੇ ਉਸ ਦੇ ਵਿਹੜੇ ਵਿੱਚ ਇੱਕ ਬੇਰੀ ਦਾ ਪੇੜ ਲੱਗਿਆ ਹੋਇਆ। ਪਾਤਸ਼ਾਹ ਕਹਿੰਦੇ ਨੇ ਇਹ ਬੇਰੀ ਦਾ ਪੇੜ, ਇਹ ਜਿਹੜਾ ਦਰਖਤ ਲੱਗਿਆ ਬੇਰੀ ਦਾ, ਉਹ ਪਾਤਸ਼ਾਹ ਦੇ ਚਰਨੀ ਲੱਗਦਾ। ਕਹਿੰਦਾ ਪਾਤਸ਼ਾਹ ਇਹ ਪ੍ਰਸੰਗ ਤੁਸੀਂ ਆਪ ਹੀ ਸੰਗਤਾਂ ਨੂੰ ਦੱਸੋ। ਤੇ ਫਿਰ ਪਾਤਸ਼ਾਹ ਦੱਸਦੇ ਨੇ ਵੀ ਇਹ ਇੱਕ ਘਰ ਵਿੱਚ ਗਿਆ ਭੇਟਾ ਲੈਣ ਦੇ ਲਈ, ਤੇ ਉਹਨਾਂ ਨੇ ਕਿਹਾ ਕੁਝ ਵੀ ਨਹੀਂ ਹੈਗਾ। ਇਹਨੇ ਕਿਹਾ ਜੋ ਕੁਝ ਹੈ ਦੇ ਦਿਓ। ਤੇ ਉਸ ਮਾਤਾ ਨੇ ਗੁੱਸੇ ਦੇ ਨਾਲ ਘਰ ਵਿੱਚ ਜਿਹੜਾ ਕੂੜਾ ਪਿਆ ਸੀ ਉਹ ਚੁੱਕ ਕੇ ਦੇ ਦਿੱਤਾ। ਇਹਨੇ ਘਰ ਆ ਕੇ ਉਸ ਕੂੜੇ ਨੂੰ ਛਾਣਿਆ ਤੇ ਵਿੱਚੋਂ ਇੱਕ ਬੇਰ ਦੀ ਗਿਟਕ ਨਿਕਲੀ, ਤੇ ਇਹਨੇ ਉਹ ਬੇਰ ਦੀ ਗਿਟਕ ਵੇਚ ਦਿੱਤੀ ਤੇ ਅੱਜ ਉਹ ਬੇਰੀ ਦਾ ਪੇੜ ਬਣ ਗਿਆ। ਪਾਤਸ਼ਾਹ ਕਹਿੰਦੇ ਇਹ ਵੀ ਸਿੱਖਾਂ ਦੀ ਭੇਟਾ ਦੇ ਨਾਲ ਬਣਿਆ ਹੋਇਆ। ਸੋ ਐਸਾ ਪਿਆਰ ਗੁਰੂ ਸਾਹਿਬ ਦਾ ਸਿੱਖਾਂ ਦੇ ਨਾਲ। ਉੱਥੋਂ ਪਾਤਸ਼ਾਹ ਗਇਆ ਜਾਂਦੇ ਨੇ, ਗਇਆ ਤੋਂ ਪਟਨਾ ਸਾਹਿਬ ਪਹੁੰਚਦੇ ਨੇ, ਜਿੱਥੇ ਬਾਅਦ ਵਿੱਚ ਆਪਾਂ ਸਾਰਿਆਂ ਨੂੰ ਪਤਾ ਦਸਮ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਉੱਥੇ ਕੁਝ ਮਹੀਨੇ ਰੁਕਦੇ ਨੇ ਪਾਤਸ਼ਾਹ। ਉੱਥੇ ਪਰਿਵਾਰ ਨੂੰ ਛੱਡ ਕੇ ਪਾਤਸ਼ਾਹ ਅੱਗੋਂ ਫਿਰ ਪ੍ਰਚਾਰ ਦੇ ਲਈ ਜਾਂਦੇ ਨੇ। ਢਾਕਾ ਪਹੁੰਚਦੇ ਨੇ ਜੋ ਅੱਜ ਦੇ ਬੰਗਲਾਦੇਸ਼ ਦੀ ਰਾਜਧਾਨੀ ਹੈ। ਔਰ ਬੜਾ ਸਿੱਖੀ ਦਾ ਗੜ੍ਹ, ਉੱਥੇ ਬੜੇ ਸਿੱਖ ਰਹਿੰਦੇ ਨੇ। ਉੱਥੇ ਬੜਾ ਲੰਬਾ ਸਮਾਂ ਰੁਕਦੇ ਨੇ। ਉੱਥੇ ਇੱਕ ਔਰੰਗਜ਼ੇਬ ਦਾ ਭੇਜਿਆ ਰਾਜਾ ਪਹੁੰਚਦਾ ਹੈ, ਗੁਰੂ ਸਾਹਿਬ ਦਾ ਸ਼ਰਧਾਲੂ ਹੈ। ਉੱਥੋਂ ਅਸਾਮ ਦੇ ਰਾਜੇ ਦੇ ਨਾਲ ਉਸਨੇ ਜੋ ਲੜਾਈਆਂ ਹੁੰਦੀਆਂ ਨੇ, ਬੜੀ ਦੇਰ ਤੱਕ ਉਹਨਾਂ ਦੀ ਲੜਾਈਆਂ ਚੱਲਦੀਆਂ ਨੇ, ਬੜੀਆਂ ਪੁਰਾਣੀਆਂ ਚੱਲ ਰਹੀਆਂ ਨੇ। ਉਹ ਰਾਜਾ ਜੈ ਸਿੰਘ ਜਿਹੜਾ ਔਰੰਗਜ਼ੇਬ ਦਾ ਭੇਜਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬੇਨਤੀ ਕਰਦਾ ਕਿ ਪਾਤਸ਼ਾਹ ਤੁਸੀਂ ਮੇਰਾ ਸਾਥ ਦੇਣਾ, ਤੁਸੀਂ ਮੇਰੇ ਨਾਲ ਚੱਲਣਾ ਹੈ। ਕਿਉਂਕਿ ਉੱਧਰ ਜਿਹੜੇ ਉਹ ਰਾਜੇ ਨੇ ਉਹ ਜਾਦੂ ਦੇ ਨਾਲ, ਟੂਣਿਆਂ ਦੇ ਨਾਲ ਬੜਾ ਕੁਝ ਐਸਾ ਕਰ ਦਿੰਦੇ ਨੇ। ਗੁਰੂ ਸਾਹਿਬ ਉਸ ਦੇ ਨਾਲ ਜਾਂਦੇ ਨੇ ਆਸਾਮ ਵਿੱਚ। ਉੱਥੇ ਦਾ ਜਿਹੜਾ ਰਾਜਾ ਚੱਕਰਵਰਤੀ ਆ, ਉਹਨਾਂ ਦੋਵਾਂ ਦਾ ਆਪਸੀ ਸਮਝੌਤਾ ਕਰਵਾਉਂਦੇ ਨੇ, ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਸਨ 1670 ਦੇ ਵਿੱਚ ਪਾਤਸ਼ਾਹ ਵਾਪਸ ਪਟਨਾ ਸਾਹਿਬ ਆਉਂਦੇ ਨੇ। ਜਦੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 3.5 ਸਾਲ ਦੀ ਹੋ ਚੁੱਕੀ ਹੈ। ਹੁਣ ਇਹ ਗੱਲ ਸਾਨੂੰ ਕਿੱਡੀ ਸਮਝਣੀ ਹੈ ਕਿ ਪਾਤਸ਼ਾਹ, ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਪਾਤਸ਼ਾਹ ਦਾ ਪ੍ਰਕਾਸ਼ 1621 ਦੇ ਵਿੱਚ ਹੋਇਆ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ 1666 ਦੇ ਅਖੀਰ ਦੇ ਵਿੱਚ ਹੋਇਆ। ਪਾਤਸ਼ਾਹ ਦੀ ਉਮਰ 45 ਸਾਲ ਤੋਂ ਉੱਪਰ ਹੈ। ਔਰ ਆਪਾਂ ਅੱਜ ਦੀ ਦੁਨੀਆਦਾਰੀ ਦੇ ਹਿਸਾਬ ਨਾਲ ਦੇਖੀਏ ਕਿ 45 ਸਾਲ ਦਾ ਵਿਅਕਤੀ ਜਦੋਂ ਕਿਤੇ ਪਹਿਲੀ ਵਾਰੀ ਪਿਤਾ ਬਣਨ ਲੱਗਾ ਹੋਵੇ ਤੇ ਉਹ ਕਦੇ ਵੀ ਪਰਿਵਾਰ ਨੂੰ ਕਿਤੇ ਛੱਡ ਕੇ ਨਾ ਜਾਵੇ। ਪਰ ਪਾਤਸ਼ਾਹ ਆਪਣੀਆਂ ਜ਼ਿੰਮੇਵਾਰੀਆਂ ਨੂੰ, ਪਰਿਵਾਰਕ ਮੋਹ ਤੋਂ ਉੱਪਰ ਉੱਠ ਕੇ, ਕੇਵਲ ਪਾਤਸ਼ਾਹ ਸਾਨੂੰ ਨਹੀਂ ਸਮਝਾਉਂਦੇ ਨੇ ਕਿ ਇਸ ਤੁਸੀਂ ਮੋਹ ਨਹੀਂ ਕਰਨਾ ਜਾਂ ਇਸ ਤਰ੍ਹਾਂ ਦੇ ਵਿਕਾਰਾਂ ਦੇ ਵਿੱਚ ਨਹੀਂ ਆਉਣਾ। ਪਾਤਸ਼ਾਹ ਆਪ ਹੀ ਕਰਕੇ ਦਿਖਾ ਰਹੇ ਨੇ। ਉੱਥੇ ਆ ਕੇ ਸਾਹਿਬਜ਼ਾਦਿਆਂ ਨੂੰ ਮਿਲਦੇ ਨੇ, ਫਿਰ ਉੱਥੋਂ ਪੰਜਾਬ ਵੱਲ ਵਾਪਸ ਚਲਦੇ ਨੇ, ਕਿਉਂਕਿ ਉਹਨਾਂ ਦਿਨਾਂ ਵਿੱਚ ਔਰੰਗਜ਼ੇਬ ਦੀਆਂ ਸਖਤੀਆਂ ਬੜੀਆਂ ਵੱਧ ਰਹੀਆਂ ਨੇ। ਅਨੰਦਪੁਰ ਸਾਹਿਬ ਪਹੁੰਚ ਕੇ ਬਾਅਦ ਵਿੱਚ ਪਰਿਵਾਰ ਨੂੰ ਤੇ ਬਾਲ ਗੋਬਿੰਦ ਰਾਏ ਜੀ ਨੂੰ ਅਨੰਦਪੁਰ ਸਾਹਿਬ ਬੁਲਾਉਂਦੇ ਨੇ। ਉਹਨਾਂ ਦਿਨਾਂ ਵਿੱਚ ਔਰੰਗਜ਼ੇਬ ਦੀਆਂ ਸਖਤੀਆਂ ਬਹੁਤ ਵੱਧ ਚੁੱਕੀਆਂ ਨੇ। ਮੰਦਰ ਢਾਈ ਜਾ ਰਿਹਾ ਹੈ। ਉਸ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਸਾਰੇ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਣਾ ਹੈ। ਤੇ ਉਸ ਨੂੰ ਕੋਈ ਸਲਾਹ ਦਿੰਦਾ ਵੀ ਤੂੰ ਕਸ਼ਮੀਰ ਦੇ ਜਿਹੜੇ ਪੰਡਤ ਨੇ ਨਾ, ਉਹਨਾਂ ਨੂੰ ਪਹਿਲਾਂ ਇਸਲਾਮ ਵਿੱਚ ਸ਼ਾਮਲ ਕਰਵਾ ਲੈ। ਜੇ ਉਹ ਸ਼ਾਮਲ ਹੋ ਗਏ ਤਾਂ ਬਾਕੀ ਸਾਰੇ ਆਪਣੇ ਆਪ ਹੋ ਜਾਣਗੇ। ਉਹ ਕਸ਼ਮੀਰ ਦੇ ਪੰਡਤਾਂ ਨੂੰ ਸੰਦੇਸ਼ਾ ਭੇਜਦਾ ਹੈ ਕਿ ਤੁਸੀਂ ਇਸਲਾਮ ਵਿੱਚ ਸ਼ਾਮਲ ਹੋ ਜਾਓ, ਨਹੀਂ ਤੇ ਖਤਮ ਕਰ ਦਿੱਤੇ ਜਾਓਗੇ। ਹੁਣ ਉਹ ਆਪਣਾ ਧਰਮ ਵੀ ਨਹੀਂ ਛੱਡਣਾ ਚਾਹੁੰਦੇ ਤੇ ਮਰਨਾ ਵੀ ਨਹੀਂ ਚਾਹੁੰਦੇ।
ਉਹ ਬੜੇ ਵਿਉਂਤਾਂ ਸੋਚਦੇ ਨੇ ਵੀ ਕੀ ਕੀਤਾ ਜਾਵੇ। ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਜਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ, ਉੱਥੇ ਗੁਰੂ ਨਾਨਕ ਸਾਹਿਬ ਦੇ ਘਰ ਜਾਓ, ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਨੇ ਉੱਥੇ, ਉਹ ਤੁਹਾਡੀ ਬਾਂਹ ਫੜਨਗੇ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਮਹਾਰਾਜ ਕੋਲ ਆਉਂਦੇ ਨੇ ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ, ਪੰਡਤ ਕਿਰਪਾ ਰਾਮ ਪਹਿਲਾਂ ਹੀ ਗੁਰੂ ਘਰ ਨਾਲ ਜੁੜੇ ਹੋਏ ਨੇ, ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਆਉਂਦੇ ਨੇ ਤੇ ਆ ਕੇ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ। ਪਾਤਸ਼ਾਹ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਤੇ ਕਹਿੰਦੇ ਨੇ ਜਾਓ ਔਰੰਗਜ਼ੇਬ ਨੂੰ ਸੰਦੇਸ਼ਾ ਭੇਜ ਦਿਓ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣਗੇ ਤੇ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ। ਔਰੰਗਜ਼ੇਬ ਨੂੰ ਸੰਦੇਸ਼ਾ ਭੇਜ ਦਿੰਦੇ ਨੇ। ਹੁਣ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਹੈ ਕਿ ਔਰੰਗਜ਼ੇਬ ਨੇ ਫੌਜ ਭੇਜਣੀ ਹੈ ਗ੍ਰਿਫਤਾਰੀ ਦੇ ਲਈ। ਪਾਤਸ਼ਾਹ ਆਪ ਹੀ ਅਨੰਦਪੁਰ ਸਾਹਿਬ ਤੋਂ ਦਿੱਲੀ ਵਾਲੇ ਪਾਸੇ ਚਾਲੇ ਪਾ ਦਿੰਦੇ ਨੇ। ਇਹ ਦੁਨੀਆ ਦੇ ਇਤਿਹਾਸ ਵਿੱਚ ਬੜੀ ਵਿਲੱਖਣ ਘਟਨਾ ਹੈ ਕਿ ਜਿਸ ਨੇ ਸ਼ਹਾਦਤ ਦੇਣੀ ਹੈ ਉਹ ਆਪ ਚੱਲ ਕੇ ਜਾ ਰਿਹਾ ਹੈ, ਆਪ ਕੁਰਬਾਨੀ ਕਰਨ ਲਈ ਜਾ ਰਹੇ ਨੇ। ਔਰ ਕਿਸ ਲਈ ਕੁਰਬਾਨੀ ਕਰ ਰਹੇ ਨੇ? ਤਿਲਕ ਜੰਜੂ ਦੀ ਰਖਵਾਲੀ ਦੇ ਲਈ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ। ਇਹ ਕਲਯੁਗ 'ਚ ਬੜਾ ਵੱਡਾ ਸਾਕਾ ਕੀਤਾ ਹੈ। ਹੁਣ ਅਸੀਂ ਇਸ ਗੱਲ ਨੂੰ ਸਮਝਣਾ ਹੈ ਕਿ ਪਾਤਸ਼ਾਹ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਪਾਤਸ਼ਾਹ ਇਸ ਜਨੇਊ ਨੂੰ ਨਹੀਂ ਪਹਿਨਣਾ ਚਾਹੁੰਦੇ, ਉਹ ਗੁਣਾਂ ਦੇ ਜਨੇਊ ਨੂੰ ਪਾਉਣਾ ਚਾਹੁੰਦੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਜਨੇਊ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਨਾ ਚਾਹੁੰਦੇ ਨੇ। ਇਹ ਇੱਕ ਵਿਲੱਖਣ ਗੱਲ ਹੈ ਕਿ ਜਿਸ ਨਾਲ ਸਹਿਮਤੀ ਨਹੀਂ ਹੈ, ਸਿਧਾਂਤ ਨਾਲ ਸਹਿਮਤੀ ਨਹੀਂ ਹੈ, ਪਰ ਫਿਰ ਵੀ ਆਪਣਾ ਆਪ ਕੁਰਬਾਨ ਕੀਤਾ ਜਾ ਰਿਹਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਵਿਲੱਖਣ ਸ਼ਹਾਦਤ ਹੈ। ਆਪ ਚੱਲ ਪੈਂਦੇ ਨੇ ਦਿੱਲੀ ਵਾਲੇ ਪਾਸੇ, ਆਗਰਾ ਪਹੁੰਚ ਕੇ ਗ੍ਰਿਫਤਾਰੀ ਦਿੰਦੇ ਨੇ। ਹੁਣ ਇੱਥੇ ਵੀ ਇੱਕ ਗੱਲ ਸਮਝਣ ਵਾਲੀ ਹੈ। ਸਾਨੂੰ ਆਮ ਤੌਰ ਤੇ ਕਿਤੇ ਇਹ ਗੱਲ ਸਮਝਾਈ ਗਈ ਹੈ ਜਾਂ ਦੱਸੀ ਗਈ ਹੈ ਜਾਂ ਦੱਸੀ ਜਾਂਦੀ ਹੈ ਅੱਜ ਵੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਸਲਮਾਨਾਂ ਦੇ ਵਿਰੋਧੀ ਨੇ। ਨਹੀਂ, ਐਸਾ ਕੁਝ ਨਹੀਂ ਹੈ। ਗੁਰੂ ਸਾਹਿਬ ਧਰਮ ਦੇ ਰੱਖਿਅਕ ਨੇ, ਜ਼ੁਲਮ ਦੇ ਵਿਰੋਧੀ ਨੇ, ਕਿਸੇ ਵਿਸ਼ੇਸ਼ ਦੇ ਵਿਰੋਧੀ ਨਹੀਂ ਨੇ। ਜਦੋਂ ਆਗਰੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਤੇ ਆਗਰੇ ਦਾ ਇੱਕ ਰਹਿਣ ਵਾਲਾ ਮੁਸਲਮਾਨ ਬੜਾ ਗਰੀਬ, ਹਸਨ ਅਲੀ ਨਾਮ ਹੈ ਉਸ ਦਾ, ਉਸ ਨੂੰ ਇਹ ਪਤਾ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹਾਦਤ ਦੇਣ ਲਈ ਦਿੱਲੀ ਆ ਰਹੇ ਨੇ। ਤੇ ਉਹ ਬੇਨਤੀ ਕਰਦਾ ਪਾਤਸ਼ਾਹ ਕਿ ਜੇ ਤੁਸੀਂ ਗ੍ਰਿਫਤਾਰ ਹੋਣਾ ਹੀ ਹੈ ਤੇ ਮੇਰੇ ਜਰੀਏ ਹੋ ਜਾਓ, ਤਾਂ ਜੋ ਜਿਹੜਾ ਇਨਾਮ ਤੁਹਾਡੀ ਗ੍ਰਿਫਤਾਰੀ ਤੇ ਔਰੰਗਜ਼ੇਬ ਨੇ ਡਿਕਲੇਅਰ ਕੀਤਾ ਹੋਇਆ, ਜਿਹੜਾ ਇਨਾਮ ਰੱਖਿਆ ਹੋਇਆ, ਉਹ ਮੈਨੂੰ ਮਿਲ ਜਾਏ। ਔਰ ਸੱਚਮੁੱਚ ਪਾਤਸ਼ਾਹ ਕੁਝ ਐਸਾ ਵਿਉਂਤ ਬਣਾਉਂਦੇ ਨੇ ਕਿ ਪਾਤਸ਼ਾਹ ਦੀ ਗ੍ਰਿਫਤਾਰੀ ਦਾ ਇਨਾਮ ਉਸ ਹਸਨ ਅਲੀ ਨੂੰ ਮਿਲ ਜਾਂਦਾ ਹੈ। ਸਾਨੂੰ ਇਹ ਗੱਲ ਸਮਝਣੀ ਹੈ, ਪਾਤਸ਼ਾਹ ਕਿਸੇ ਦੇ ਵਿਰੋਧੀ ਨਹੀਂ ਨੇ, ਕਿਸੇ ਵਿਸ਼ੇਸ਼ ਧਰਮ ਦੇ ਵਿਰੋਧੀ ਨਹੀਂ ਨੇ। ਪਾਤਸ਼ਾਹ ਜ਼ੁਲਮ ਦੇ ਵਿਰੋਧੀ ਨੇ, ਜ਼ੁਲਮ ਚਾਹੇ ਕੋਈ ਵੀ ਕਰ ਰਿਹਾ ਹੋਵੇ। ਦਿੱਲੀ ਪਹੁੰਚਦੇ ਨੇ ਗ੍ਰਿਫਤਾਰੀ ਤੋਂ ਬਾਅਦ, ਉੱਥੇ ਪਾਤਸ਼ਾਹ ਦੇ ਉੱਪਰ ਤਸੀਹੇ ਕੀਤੇ ਜਾਂਦੇ ਨੇ, ਪਾਤਸ਼ਾਹ ਨੂੰ ਡਰਾਇਆ ਜਾਂਦਾ ਹੈ, ਪਾਤਸ਼ਾਹ ਨੂੰ ਲਾਲਚ ਦਿੱਤੇ ਜਾਂਦੇ ਨੇ, ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਹੈ, ਕਰਾਮਾਤ ਦਿਖਾਉਣ ਲਈ ਕਿਹਾ ਜਾਂਦਾ ਹੈ, ਪਰ ਪਾਤਸ਼ਾਹ ਕੁਝ ਵੀ ਪਰਵਾਹ ਨਹੀਂ ਕਰਦੇ। ਪਾਤਸ਼ਾਹ ਦੇ ਸਾਹਮਣੇ ਪਾਤਸ਼ਾਹ ਦੇ ਗੁਰਸਿੱਖਾਂ ਨੂੰ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ, ਪਰ ਪਾਤਸ਼ਾਹ ਨਹੀਂ ਡੋਲਦੇ। ਤੇ ਅਖੀਰ ਵਿੱਚ ਪਾਤਸ਼ਾਹ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਔਰ ਪਾਤਸ਼ਾਹ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕਰ ਰਹੇ ਨੇ। ਪਾਤਸ਼ਾਹ ਇਹ ਗੱਲ ਚਾਹੁੰਦੇ ਨੇ ਕਿ ਹਰ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਧਰਮ ਨੂੰ ਵਰਤੇ, ਆਪਣੀ ਮਰਜ਼ੀ ਨਾਲ, ਕਿਸੇ ਦੇ ਧੱਕੇ ਨਾਲ ਧਰਮ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਕਰਕੇ ਆਪਾਂ ਅੱਜ ਕਹਿੰਦੇ ਹਾਂ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਦੇ ਰੱਖਿਅਕ ਨੇ, ਧਰਮ ਦੀ ਚਾਦਰ ਨੇ, ਮਾਨਵਤਾ ਦੀ ਚਾਦਰ ਨੇ, ਮਨੁੱਖਤਾ ਦੀ ਚਾਦਰ ਨੇ। ਅੱਜ ਦੀ ਵੀਡੀਓ ਵਿੱਚ ਆਪਾਂ ਇੱਥੇ ਤੱਕ ਵਿਚਾਰ ਕਰਦੇ ਹਾਂ। ਅਗਲੀ ਵੀਡੀਓ ਵਿੱਚ ਆਪਾਂ ਪਾਤਸ਼ਾਹ ਦੀ ਬਾਣੀ ਬਾਰੇ ਤੇ ਪਾਤਸ਼ਾਹ ਦੀ ਸ਼ਹਾਦਤ ਬਾਰੇ ਕੁਝ ਹੋਰ ਵਿਚਾਰਾਂ ਕਰਾਂਗੇ, ਤਾਂ ਜੋ ਇਹ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਪਾਂ ਪਾਤਸ਼ਾਹ ਦੇ ਜੀਵਨ ਨੂੰ ਚੰਗੀ ਤਰੀਕੇ ਨਾਲ ਸਮਝ ਸਕੀਏ ਤੇ ਆਪਣੇ ਆਪ ਨੂੰ ਉਸ ਅਨੁਸਾਰ ਚਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।